Hello guys, this is Kamarjit Singh Monga, Managing Director and Study Visa Tours Visa Consultant from British IELTS Institute Bagaprana। ਅੱਜ ਆਪਾਂ ਗੱਲ ਕਰਾਂਗੇ ਆਇਲਸ ਲਿਸਨਿੰਗ ਦੇ ਬਾਰੇ 'ਚ ਕਿਸ ਤਰੀਕੇ ਨਾਲ ਆਪਾਂ ਆਇਲਸ ਲਿਸਨਿੰਗ ਇੰਪਰੂਵ ਕਰ ਸਕਦੇ ਹਾਂ। ਆਪਾਂ 10 ਟਿਪਸ ਦੀ ਗੱਲ ਕਰਾਂਗੇ। ਵੈਰੀ ਈਜ਼ੀ ਟਿਪਸ ਨੇ ਇਹ, ਯੂ ਕੈਨ ਫਾਈਂਡ ਆਊਟ ਥੀਸ ਟਿਪਸ ਔਨ ਇੰਟਰਨੈਟ। ਐਂਡ ਨੈਕਸਟ ਵੀਡੀਓਜ਼ ਵਿੱਚ ਮੈਂ ਗੱਲ ਕਰਾਂਗਾ ਕਿਸ ਤਰੀਕੇ ਨਾਲ ਤੁਸੀਂ MCQ ਨੂੰ ਹੈਂਡਲ ਕਰ ਸਕਦੇ ਹੋ, ਫਿਲ ਇਨ ਦਾ ਬਲੈਂਕਸ ਹੈਂਡਲ ਕਰ ਸਕਦੇ ਆ, ਜਾਂ ਮੈਪ ਨੂੰ ਤੁਸੀਂ ਹੈਂਡਲ ਕਰ ਸਕਦੇ ਹੋ। ਉਹਦੇ ਵਾਸਤੇ ਮੇਰੇ ਖੁਦ ਦੇ ਟਿਪਸ ਬਣਾਏ ਹੋਏ ਆ, ਮੇਰਾ ਖੁਦ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂਗਾ। ਬਟ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਚੀਜ਼ ਮੈਂ ਕਲੀਅਰ ਕਰਦਾ ਸਟੂਡੈਂਟਸ ਵਾਸਤੇ ਵੀ ਲਿਸਨਿੰਗ ਦੇ ਵਿੱਚ ਉਹਨਾਂ ਨੇ ਡਿਊਰਿੰਗ ਦਾ ਲਿਸਨਿੰਗ ਉਹ ਰਾਈਟ ਵੀ ਕਰਦੇ ਆ, ਰੀਡ ਵੀ ਕਰਦੇ ਆ ਐਂਡ ਲਿਸਨਿੰਗ ਵੀ ਕਰਦੇ ਆ। ਉਹਨੂੰ ਚੀਜ਼ ਨੂੰ ਕਨਸੈਪਟ ਨੂੰ ਸੁਣਦੇ ਆ। ਸੋ 3 ਐਕਟੀਵਿਟੀਜ਼ ਕਰਦੇ ਆ। ਇਸ 3 ਐਕਟੀਵਿਟੀਜ਼ ਦੇ ਡਿਊਰਿੰਗ ਕੀ ਹੁੰਦਾ, ਜਦੋਂ ਉਹ ਲਿਸਨ ਕਰਦੇ ਆ ਤਾਂ ਉਹਨੂੰ ਲੱਗਦਾ ਵੀ ਆਨਸਰ ਆ ਗਿਆ ਤਾਂ ਰਾਈਟ ਕਰਨ ਲੱਗ ਜਾਂਦੇ ਆ। ਰਾਈਟ ਕਰਨ ਦੇ ਟਾਈਮ ਦੇ ਵਿੱਚ ਉਹਨਾਂ ਦੀ ਜਿਹੜੀ ਲਿਸਨਿੰਗ ਦੇ ਵੱਲੋਂ ਕੰਸਨਟ੍ਰੇਸ਼ਨ ਆ ਉਹ ਘੱਟ ਕੇ ਰਾਈਟ ਕਰਨ ਵੱਲ ਹੋ ਜਾਂਦੀ ਹੈ। ਐਂਡ ਐਗਜ਼ਾਮੀਨਰ ਹਾਊ ਐਵਰ ਵੈਨ ਐਵਰ ਬਟ ਕਹਿ ਕੇ ਸਟੇਟਮੈਂਟ ਨੂੰ ਚੇਂਜ ਕਰਕੇ ਆਨਸਰ ਚੇਂਜ ਕਰ ਦਿੰਦਾ ਤੇ ਸਟੂਡੈਂਟ ਲਿਖ ਜਾਂਦੇ ਆ। ਐਂਡ ਇੱਕ ਚੀਜ਼ ਹੋਰ ਹੈ, ਆਨਸਰ ਤਾਂ ਗਲਤ ਹੋ ਜਾਂਦਾ ਹੈਗਾ, ਸਮਟਾਈਮ ਉਹ ਬ੍ਰੇਕ ਹੋ ਜਾਂਦੀ ਇਨਫੋਰਮੇਸ਼ਨ, ਤਾਂ ਸਟੂਡੈਂਟ ਦਾ ਜਿਹੜਾ ਅਟੈਚਮੈਂਟ ਹੁੰਦੀ ਆ ਉਹਦਾ ਸਪੀਕਰ ਦੇ ਨਾਲ ਜਾਂ ਸੁਣ ਰਹੀ ਗੱਲ ਦੀ ਪੂਰੀ ਕਨਵਰਸੇਸ਼ਨ ਦੀ ਉਹਨੂੰ ਅੰਡਰਸਟੈਂਡਿੰਗ ਹੋ ਰਹੀ ਹੁੰਦੀ ਆ, ਉਹ ਬ੍ਰੇਕ ਹੋ ਜਾਂਦੀ ਆ। ਸੋ ਸਟੂਡੈਂਟਸ ਫਸਟ ਆਫ ਆਲ ਜਿਹੜਾ ਸਭ ਤੋਂ ਫਸਟ ਜਿਹੜਾ ਟਿਪਸ ਆ ਉਹ ਇਹ ਹੈ ਵੀ ਤੁਸੀਂ ਆਪਣੀ ਜਿਹੜੀ ਲਿਸਨਿੰਗ ਕਰਦੇ ਆ, ਜਦੋਂ ਲਿਸਨਿੰਗ ਕਰ ਰਹੇ ਆ ਕਨਵਰਸੇਸ਼ਨ ਨੂੰ, ਉਹ ਚੀਜ਼ ਨੂੰ ਬ੍ਰੇਕ ਨਾ ਕਰੋ, ਉਸ ਨੂੰ ਡਿਟੈਚ ਨਹੀਂ ਹੋਣ ਦੇਣਾਗਾ। ਤੁਸੀਂ ਰਾਈਟ ਕਰਨ ਦੀ ਆਪਣੀ ਪ੍ਰੈਕਟਿਸ ਕਰੋ, ਰੀਡ ਕਰਨ ਦੀ ਪ੍ਰੈਕਟਿਸ ਕਰੋ, ਪਰ ਜਦੋਂ ਤੁਸੀਂ ਆਪਣੀ ਬ੍ਰੇਕ ਕਰਦੇ ਆ ਦੈਨ ਸਾਡੇ ਲਿਸਨਿੰਗ ਸਾਰੀ ਜਿਹੜੀ ਡਿਸਟਰੋਏ ਹੋ ਜਾਂਦੀ ਆ। ਓਕੇ, ਸੋ ਨੈਕਸਟ ਆਪਾਂ ਸਟਾਰਟ ਕਰਦੇ ਹਾਂ। ਫਸਟ ਆਪਣਾ ਜਿਹੜਾ ਸਕਿੱਲ ਹੈ, ਜਿਹੜਾ ਇੰਪਰੂਵ ਯੂਰ ਜਨਰਲ ਲਿਸਨਿੰਗ skills. Okay, the goal of IELTS listening section is to test your listening skills. Don't use practice test to improve your score. It's not enough. ਓਕੇ ਗਾਈਜ਼, ਕੀ ਹੁੰਦਾ ਸਟੂਡੈਂਟਸ ਲਿਸਨਿੰਗ ਦੇ ਜਿਹੜੇ ਆਪਣੇ ਟੈਸਟ ਮਿਲਦੇ ਨੇ ਜਾਂ ਇੰਸਟੀਟਿਊਟ ਵਿੱਚ ਲਿਸਨਿੰਗ ਕਰਵਾਈ ਜਾਂਦੀ ਹੈ, ਉਹਨੂੰ 1 ਟਾਈਮ 2 ਟਾਈਮ ਅਟੈਂਪਟ ਕਰਨ ਤੋਂ ਬਾਅਦ ਵਿੱਚ ਕਹਿੰਦੇ ਯੈਸ ਮੇਰੀ ਲਿਸਨਿੰਗ ਵਿੱਚ ਇੰਪਰੂਵਮੈਂਟ ਨਹੀਂ ਹੋ ਰਹੀ। ਵਟ ਇਜ਼ ਦਾ ਰੀਜ਼ਨ? ਸੋ ਬੀ ਅਲਰਟ। ਸੋ ਜੋ ਤੁਸੀਂ ਲਿਸਨਿੰਗ ਕਰ ਰਹੇ ਹੋ ਉਹ ਜਸਟ ਤੁਹਾਡੇ ਐਗਜ਼ਾਮ ਦੇ ਵਿੱਚ ਕਿਸ ਟਾਈਪ ਦਾ ਤੁਹਾਡਾ ਪੇਪਰ ਹੋਏਗਾ, ਉਹਦਾ ਫਾਰਮੈਟ ਹੋਏਗਾ, ਉਹਦੀ ਅਵੇਅਰਨੈਸ ਵਾਸਤੇ ਆ, ਨਾ ਕਿ ਤੁਹਾਡੀ ਲਿਸਨਿੰਗ ਸਕਿੱਲ ਨੂੰ ਇੰਪਰੂਵ ਕਰਨ ਵਾਸਤੇ। ਓਕੇ, ਇਫ ਯੂ ਵਾਂਟ ਟੂ ਇੰਪਰੂਵ ਯੂਰ ਲਿਸਨਿੰਗ ਸਕਿੱਲ ਦੈਨ ਯੂ ਕੈਨ ਗੋ ਫॉर ਅਦਰ ਮੈਥਡਸ। ਰੇਡੀਓ ਰਿਪੋਰਟ, TV ਸ਼ੋਅ, ਡਾਕੂਮੈਂਟ ਪ੍ਰੋਗਰਾਮਸ, ਤੁਸੀਂ ਕੁਝ ਵੀ ਕਰੋ। ਕਨਵਰਸੇਸ਼ਨ ਲਈ ਵੀਡੀਓਜ਼ YouTube ਤੇ ਬਹੁਤ ਸਾਰੇ ਮਿਲ ਜਾਣਗੀਆਂ, ਤੁਸੀਂ ਉਹਨਾਂ ਨੂੰ ਲਿਸਨ ਕਰੋ, ਪ੍ਰੈਕਟਿਸ ਕਰੋ, ਅਗੇਨ ਐਂਡ ਅਗੇਨ ਪ੍ਰੈਕਟਿਸ ਕਰੋ। ਓਕੇ, ਬਟ ਜੋ ਲਿਸਨਿੰਗ ਤੁਹਾਨੂੰ ਐਗਜ਼ਾਮ ਵਿੱਚ ਆਉਣੀ ਹੈ ਉਸ ਤਰ੍ਹਾਂ ਦੇ ਫਾਰਮੈਟ ਦੀ ਪ੍ਰੈਕਟਿਸ ਜਸਟ ਤੁਹਾਨੂੰ ਐਗਜ਼ਾਮ ਦੇ ਨਾਲ ਅਵੇਅਰ ਕਰਵਾ ਸਕਦੀ ਹੈ, ਉਹਦੇ ਫਾਰਮੈਟ ਦੇ ਨਾਲ ਅਵੇਅਰ ਕਰਵਾ ਸਕਦੀ ਹੈ। ਤੁਹਾਡੀ ਲਿਸਨਿੰਗ 'ਚ ਇੰਪਰੂਵਮੈਂਟ ਕਰਨ ਵਾਸਤੇ ਤੁਹਾਨੂੰ ਡਿਫਰੈਂਟ ਮੈਥਡ ਯੂਜ਼ ਕਰਨੇ ਪੈਣਗੇ। ਓਕੇ, ਐਂਡ ਨੈਕਸਟ ਹੈ polish your topic vocabulary. Section 3 is almost always about education. For example, student and tutor talking about an assignment. Learn all the vocabulary you can about studying at university. So guys, ਇੱਕ ਚੀਜ਼ ਆ, ਜਦੋਂ ਵੀ ਕੋਈ ਟੌਪਿਕ ਡਿਸਕਸ ਹੋਣ ਜਾ ਰਿਹਾ, ਜੋ ਸਟੂਡੈਂਟ ਆ, ਟੀਚਰ ਦਾ ਵੀ 3rd ਸੈਕਸ਼ਨ ਵਿੱਚ ਹੋਣੀ ਆ, ਤਾਂ ਜੋ ਵੀ ਸਟੇਟਮੈਂਟ ਆ ਉਹਨੂੰ ਰੀਡ ਕਰਨ ਤੋਂ ਬਾਅਦ ਕੁਝ ਇਮੈਜੀਨੇਸ਼ਨ ਵੀ ਕਰਿਆ ਕਰੋ ਐਂਡ ਦੇਖਿਆ ਕਰੋ ਵੀ ਕਿਸ ਟਾਈਪ ਦੀ ਵੋਕੈਬੂਲਰੀ ਜਿਹੜੀ ਹੈ ਤੁਹਾਡੀ ਉਹ ਯੂਜ਼ ਹੋ ਸਕਦੀ ਆ। ਉਹ ਸੇਮ ਕਾਈਂਡ ਆਫ ਵੋਕੈਬੂਲਰੀ ਨੂੰ ਅਲੱਗ ਤੋਂ ਡਿਫਰੈਂਟ ਜਦੋਂ ਤੁਸੀਂ ਕਰ ਲੈਣੇ ਹੋ ਲਿਸਨਿੰਗ, ਤਾਂ ਇੱਕ ਨੋਟ ਕਰ ਲਿਆ ਕਰੋ ਵੀ ਇਸ ਟਾਈਪ ਦੀ ਵੋਕੈਬੂਲਰੀ ਮੈਂ ਸਰਚ ਆਊਟ ਕਰਨੀ ਹੈ, ਉਹਨੂੰ ਪ੍ਰੈਕਟਿਸ ਕਰਨਾ। ਓਕੇ, ਐਂਡ 3rd, ਓਕੇ ਨਾਓ word types. That's really a very important thing. Skip all the question and decide which type of word fits in each gap. Is it a noun, verb, adverb, adjective? Again guys, going about to discuss grammar. ਗ੍ਰਾਮਰ ਦੇ ਵਿੱਚ ਮੈਂ ਬਹੁਤ ਇਹ ਚੀਜ਼ ਅਬਜ਼ਰਵ ਕੀਤੀ ਆ, ਜਦੋਂ ਆਨਸਰ ਚੈੱਕ ਕਰਦੇ ਆ ਬੱਚੇ ਵਰਬ ਦੀ ਜਗ੍ਹਾ 'ਤੇ ਨਾਉਨ ਫਿਟ ਕਰ ਦਿੰਦੇ ਆ। ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਵੀ ਇਹ ਤਾਂ ਬਹੁਤ ਲੋਕੇਸ਼ਨ ਗਲਤ ਆ ਉਹਨਾਂ ਦੀ, ਨਾਉਨ ਹੀ ਨਹੀਂ ਹੋ ਸਕਦਾ ਜਿੱਥੇ ਐਡਵਰਬ ਹੋਣਾ, ਐਡਜੈਕਟਿਵ ਹੋਣਾ। ਓਕੇ, ਸੋ ਵਰਡ ਟਾਈਪ ਦੀ ਆਇਡੈਂਟੀਟੀ ਹੋਣੀ ਚਾਹੀਦੀ ਆ। ਸੋ ਤੁਸੀਂ ਵੈਰੀ ਈਜ਼ੀ ਫਾਈਂਡ ਆਊਟ ਕਰ ਸਕਦੇ ਆ ਤੁਸੀਂ ਕਿਹੜਾ ਨਾਉਨ ਫਿਲ ਕਰਨਾ ਜਾਂ ਵਰਬ ਫਿਲ ਕਰਨਾ। ਸੋ ਦੈਟਸ ਅ ਵੈਰੀ ਇੰਪੋਰਟੈਂਟ ਥਿੰਗ। ਨੈਕਸਟ ਇਜ਼ ਪਲੱਗ ਇਨ ਸਿਚੁਏਸ਼ਨ। ਅਗੇਨ ਇੱਕ ਇੰਪੋਰਟੈਂਟ ਚੀਜ਼ ਹੈ ਇਹ। ਪਲੱਗ ਇਨ ਸਿਚੁਏਸ਼ਨ ਕੀ ਚੀਜ਼ ਹੈ? ਜਦੋਂ ਤੁਸੀਂ ਕੋਈ ਇੰਟਰੋਡਕਸ਼ਨ ਨੂੰ ਰੀਡ ਕਰਦੇ ਇੱਕ ਇਮੈਜੀਨੇਸ਼ਨ ਨੂੰ ਯੂਜ਼ ਕਰ ਸਕਦੇ ਹੋ। ਟਰਾਈ ਟੂ ਗੈਟ ਐਨ ਆਈਡੀਆ ਆਫ ਸਿਚੁਏਸ਼ਨ ਬਿਫੋਰ ਈਚ ਪਾਰਟ ਯੂ ਵਿਲ ਗਿਵਨ ਅ ਸ਼ਾਰਟ ਇੰਟਰੋਡਕਸ਼ਨ। ਜੋ ਥੋੜ੍ਹੀ ਇੰਟਰੋਡਕਸ਼ਨ ਸੁਣਨ ਤੋਂ ਬਾਅਦ ਤੁਸੀਂ ਉਹਨੂੰ ਦੇਖ ਸਕਦੇ ਹੋ, ਇਮੈਜੀਨੇਸ਼ਨ ਕਰ ਸਕਦੇ ਹੋ ਵੀ ਕਿਸ ਟਾਈਪ ਦੀ ਜਿਹੜੀ ਆ ਗੱਲਬਾਤ ਹੋਏਗੀ। ਜੇ ਆਪਾਂ ਗੱਲ ਕਰਦੇ ਹੈਗੇ ਆ ਵੀ ਟੀਚਰ ਔਰ ਸਟੂਡੈਂਟ ਦੀ ਕਨਵਰਸੇਸ਼ਨ ਹੁੰਦੀ ਹੈ ਸੈਕਸ਼ਨ 3 ਦੇ ਵਿੱਚ, ਅਸਾਈਨਮੈਂਟ ਦੀ ਗੱਲ ਹੋਣ ਜਾ ਰਹੀ। ਅਸਾਈਨਮੈਂਟ ਦੇ ਵਿੱਚ ਕੀ ਹੋਏਗਾ ਇਮੈਜਿਨ ਕਰ ਲਓ ਵੀ ਅਸਾਈਨਮੈਂਟ ਦੀ ਡਿਊਰੇਸ਼ਨ ਦੀ ਗੱਲ ਹੋ ਸਕਦੀ ਆ, ਅਸਾਈਨਮੈਂਟ ਦੇ ਵਿੱਚ ਉਹਦੀ ਫਾਰਮੈਟ ਦੀ ਗੱਲ ਹੋ ਸਕਦੀ ਆ, ਮਾਰਕਸ ਦੀ ਗੱਲ ਹੋ ਸਕਦੀ ਆ, ਟਾਈਮ ਪੀਰੀਅਡ ਦੀ ਲਿਮਿਟੇਸ਼ਨ ਦੀ ਗੱਲ ਹੋ ਸਕਦੀ ਆ। ਸੱਚ ਕਾਈਂਡ ਆਫ ਜਿਹੜੀ ਆ ਕਨਵਰਸੇਸ਼ਨ ਉਹਨਾਂ ਦੇ ਵਿੱਚ ਹੋ ਸਕਦੀ ਆ। ਸੋ ਇਮੈਜੀਨੇਸ਼ਨ ਦੇ ਨਾਲ ਤੁਸੀਂ ਕਾਫੀ ਕਲੋਜ਼ ਪਹੁੰਚ ਜਾਂਦੇ ਹੋ ਟੌਪਿਕ ਦੇ, ਜਿਹਦੇ ਨਾਲ ਅੰਡਰਸਟੈਂਡਿੰਗ ਜਿਹੜੀ ਉਹ ਕਾਫੀ ਇਨਕਰੀਜ਼ ਹੋ ਜਾਂਦੀ ਹੈ। ਓਕੇ,
Next is a okay. Don't lose attention. It's a very important thing. ਓਕੇ ਡੋਂਟ ਲੌਸ ਅਟੈਂਸ਼ਨ। ਔਰ ਮੈਂ ਫਸਟ ਸਟਾਰਟਿੰਗ 'ਚ ਇਹ ਚੀਜ਼ ਮੈਂਸ਼ਨ ਕਰਦੀ ਸੀ, ਸਟੂਡੈਂਟ ਕੀ ਕਰਦੇ ਆ ਜਦੋਂ ਉਹਨਾਂ ਦੀ ਅਟੈਂਸ਼ਨ ਕਿਤੇ ਨਾ ਕਿਤੇ ਜਗ੍ਹਾ ਬ੍ਰੇਕ ਹੁੰਦੀ ਆ, ਓਕੇ, ਤਾਂ ਉਹਨਾਂ ਦਾ ਜਿਹੜੀ ਅਟੈਚਮੈਂਟ ਆ, ਜੋ ਸਪੀਕਿੰਗ ਜੋ ਲਿਸਨਿੰਗ ਹੋ ਰਹੀ ਹੈ, ਉਹਦੇ ਜਿਹੜੀ ਕਨਵਰਸੇਸ਼ਨ ਹੋ ਰਹੀ ਹੈ, ਉਹਦਾ ਬਿਲਕੁਲ ਬ੍ਰੇਕ ਹੋ ਜਾਂਦਾ। ਤਾਂ ਫਿਰ ਬ੍ਰੇਕ ਹੋਣ ਤੋਂ ਬਾਅਦ ਵਿੱਚ ਕੀ ਹੁੰਦਾ, ਨੈਕਸਟ ਉਹ ਅੱਗੇ ਦੇ ਕੇ ਚਲੇ ਜਾਂਦੇ ਆ, ਅਸੀਂ ਵਿੱਚ ਕਨਫਿਊਜ਼ ਹੋ ਰਹੇ ਹਾਂ। ਓਕੇ, ਸੋ ਯੂ ਕੈਨ ਰੀਡ, ਰਿਮੈਂਬਰ ਯੂ ਵਿਲ ਓਨਲੀ ਹੀਅਰ ਦ ਆਡੀਓ ਵੰਸ। So if you did not hear some words and passed over some question, don't worry, leave them blank and focus on actual part. Review those questions at the end of section. Otherwise, you will only miss more questions and tangle in the recording. So होएगा कि अगर ऐसी एक चीज़ स्टे कर गई, वैसे ਹੁਣ ਉਹ ਚੀਜ਼ ਫੋਕਸ ਕਰ ਰਿਹਾ, ਵੀ ਮੇਰਾ 6 ਕੋ ਨੰਬਰ ਕੁਐਸਚਨ ਮੇਰਾ ਸਕਿਪ ਹੋ ਗਿਆ ਹੈਗਾ, ਮੈਂ ਲਿਸਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹ ਇਨਫੋਰਮੇਸ਼ਨ ਅੱਗੇ ਚਲੀ ਗਈ ਹੈਗੀ ਆ, ਬਟ ਹੁਣ ਹੈਗਾ ਅਸੀਂ ਉਹ ਅੱਗੇ ਫਰਦਰ ਜੋ ਵੀ ਬੋਲ ਰਿਹਾ ਪਰਸਨ ਆ ਉਹਦੀ ਸੁਣੀਏ, ਉਹਨੂੰ ਧਿਆਨ ਨਾਲ ਅੰਡਰਸਟੈਂਡ ਕਰੀਏ, ਨਾ ਕਿ ਪਿਛਲੇ ਬਾਰੇ ਵਰੀ ਕਰੀਏ। ਓਕੇ, ਸੋ ਫਸਟ ਆਫ ਆਲ ਟਰਾਈ ਕਰੋ ਵੀ ਤੁਹਾਡਾ ਬ੍ਰੇਕ ਨਾ ਹੋਵੇ, ਜੋ ਤੁਸੀਂ ਸੁਣ ਰਹੇ ਹੋ ਉਹਨੂੰ ਕੰਟੀਨਿਊਟੀ ਸੁਣਦੇ ਰਹੋ ਚੀਜ਼ ਨੂੰ, ਉੱਥੇ ਧਿਆਨ ਬਿਲਕੁਲ ਵੀ ਡਿਟੈਚ ਨਹੀਂ ਹੋਣਾ ਚਾਹੀਦਾ। ਨੈਕਸਟ, ਵਾਚ ਆਊਟ ਵਰਡ ਇੰਡੀਕੇਟਰ। That's really a very important thing. This is the thing which we need to keep in our mind when we are doing the practice. But however, then finally, ਰੀਅਲੀ ਮੈਂ ਸਟੂਡੈਂਟਸ ਨੂੰ ਬਹੁਤ ਸਾਰੀ ਚੀਜ਼ ਦੱਸਦਾ ਵੀ ਤੁਸੀਂ ਇੱਕ ਵਾਰੀ ਜੋ ਸਟੇਟਮੈਂਟ ਬੋਲ ਦਿੱਤੀ ਜਾਂਦੀ, ਤੁਸੀਂ ਅਸਰ ਲਿਖਣ ਲੱਗ ਜਾਂਦੇ ਹੋ, ਉਹ ਦੈਨ ਆਫਟਰ ਬਟ ਵਾਈ ਇਹ ਬੋਲ ਕੇ ਸਾਰਾ ਕੁਝ ਆਪਣੀ ਸਟੇਟਮੈਂਟ ਨੂੰ ਆਨਸਰ ਨੂੰ ਚੇਂਜ ਕਰ ਦਿੰਦੇ ਆ, ਅਤੇ ਅਸੀਂ ਕਨਫਿਊਜ਼ ਹੋ ਜਾਂਦੇ ਹਾਂ। ਸੋ ਕੀਪ ਲਿਸਨਿੰਗ ਕੰਟੀਨਿਊਸਲੀ ਐਂਡ ਫੋਕਸ ਔਨ ਸੱਚ ਕਾਈਂਡ ਆਫ ਵਰਡਸ। ਜਦੋਂ ਇਹ ਵਰਡਸ ਆਉਣਗੇ, ਸਮਝ ਲਓ ਟਵਿਸਟ ਆਏਗਾ ਸਟੋਰੀ ਦੇ ਵਿੱਚ, ਅਤੇ ਤੁਹਾਨੂੰ ਕਿਤੇ ਨਾ ਕਿਤੇ ਕਨਫਿਊਜ਼ਨ ਕ੍ਰੀਏਟ ਕੀਤੀ ਜਾਏਗੀ। ਓਕੇ, ਐਂਡ ਨੈਕਸਟ, ਡੋਂਟ ਰਾਈਟ ਆਨਸਰ ਟੂ ਕੁਇਕਲੀ। ਅਗੇਨ ਉਹੀ ਚੀਜ਼, ਜਦੋਂ ਅਸੀਂ ਚੀਜ਼ ਨੂੰ ਇਨਫੋਰਮੇਸ਼ਨ ਸੁਣਦੇ ਹਾਂ ਅਤੇ ਨਾਲ ਦੀ ਨਾਲ ਹੀ ਜਿਹੜਾ ਕਿ ਨੋਟ ਕਰਨਾ ਸਟਾਰਟ ਕਰ ਦਿੰਦੇ ਹੈਗੇ ਆ, ਬ੍ਰੇਕ ਹੋ ਜਾਂਦਾ, ਸਾਰਾ ਕੁਛ ਜਿਹੜਾ ਡਿਸਟਰੋਏ ਹੋ ਜਾਂਦਾ। ਸੋ ਡੋਂਟ ਰਾਈਟ, ਪ੍ਰੋਪਰ ਉਹਨੂੰ ਸੁਣ ਲਓ, ਕਲੀਅਰ ਕਰ ਲਓ ਵੀ ਕੀ ਕਹਿਣਾ ਚਾਹੁੰਦੇ ਆ, ਦੈਨ ਤੁਸੀਂ ਆਪਣਾ ਆਨਸਰ ਜਿਹੜਾ ਰਾਈਟ ਕਰੋ। ਓਕੇ ਓਕੇ, next is 8 number, check for silly mistakes. After each section you have 30 seconds to check your answer. It is important to check spelling, plural, words forms. Remember that only correct written answer will gain points. देखो जी, singular राइट करना, singular ਦੇ ਮਾਰਕਸ ਮਿਲਣਗੇ, plural ਰਾइट ਕਰਨਾ, plural ਦੇ ਮਾਰਕਸ ਮਿਲਣਗੇ। ਸੋ ਇਹ ਫਿਰ ਗ੍ਰਾਮੈਟੀਕਲ ਰੇਂਜ ਦੀ ਗੱਲ ਆ ਗਈ ਕਿ ਗ੍ਰਾਮਰ ਨੂੰ ਤੁਸੀਂ ਅੰਡਰਸਟੈਂਡ ਕਰੋ। ਜੇ ਤੁਹਾਨੂੰ ਪਤਾ ਲੱਗਦਾ ਵੀ ਨਾउन ਮੇਰਾ ਸੀਗਾ ਸਿੰਗੂਲਰ ਹੈ, ਮੈਂ ਵਰਬ ਪਲੂਰਲ ਦੇਣੀ ਹੈ, ਸਿੰਗੂਲਰ ਦੇਣੀ ਹੈ, ਚੀਜ਼ ਨੂੰ ਅੱਛੇ ਤਰੀਕੇ ਨਾਲ ਆਪਾਂ ਜਿਹੜਾ ਕਵਰ ਕਰ ਸਕਦੇ ਹਾਂ ਚੀਜ਼ ਨੂੰ ਅੰਡਰਸਟੈਂਡ ਕਰਨ ਲਈ। Next, transfer answer accurately. At the end of the listening test, you will have 10 minutes for transferring your answer into the answer sheet, and quite often students get confused in numeration. As you write down your answer, check that they fit into the correct number space. In other words, make sure that answer for question 7 goes into the space number 7. ਸੋ ਇਹ ਮਿਸਟੇਕ ਵੀ ਸਟੂਡੈਂਟਸ ਦੁਆਰਾ ਕੀਤੀ ਜਾਂਦੀ ਹੈ। ਇਸ ਲਈ ਮੈਂ ਇੱਕ ਚੀਜ਼ ਤੁਹਾਨੂੰ ਇੱਕ ਚੀਜ਼ ਕਲੀਅਰ ਕਰਾਂ, ਜਦੋਂ ਤੁਸੀਂ ਪੂਰੇ 40 ਲਿਖ ਲੈਂਦੇ ਹੋ ਤਾਂ ਬੈਕ ਤੋਂ ਉਹਨੂੰ ਮੈਚ ਕਰਨਾ ਸਟਾਰਟ ਕਰ ਸਕਦੇ ਹੋ, 40 ਨੂੰ 40 ਨਾਲ, ਐਂਡ 39 ਨੂੰ 39 ਨਾਲ, 38 ਨੂੰ 38 ਦੇ ਨਾਲ। ਇਸ ਤਰੀਕੇ ਨਾਲ ਜੇ ਕਿਤੇ ਇਨ ਬਿਟਵੀਨ ਤੁਹਾਡੀ ਪ੍ਰੋਬਲਮ ਆਈ ਵੀ ਹੋਈ ਹੈ, ਕਿਤੇ ਮਿਸਪਲੇਸ 'ਤੇ ਤੁਸੀਂ ਆਪਣਾ ਆਨਸਰ ਲਿਖਤਾ, ਤਾਂ ਬੈਕ ਤੋਂ ਸਟਾਰਟ ਕਰਨ ਦੇ ਨਾਲ ਉਹ ਕਵਰ ਹੋ ਜਾਏਗਾ। ਫਰੰਟ ਤੋਂ ਸਟਾਰਟ ਕਰੋਗੇ ਤਾਂ ਵੀ ਦੈਨ ਵੀ ਕਵਰ ਹੋ ਜਾਏਗਾ, ਅਗਰ ਬੈਕ ਤੋਂ ਕਰੋਗੇ ਤਾਂ ਈਜ਼ੀ ਕਵਰ ਹੋਏਗਾ। ਓਕੇ, ਐਂਡ ਡੋਂਟ ਲੀਵ ਐਨੀ ਬਲੈਂਕ ਆਨਸਰ। ਸੋ ਗਾਈਜ਼, ਆਇਲਸ ਲਿਸਨਿੰਗ ਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈ, ਸੋ ਤੁਸੀਂ ਬਲੈਂਕ ਬਿਲਕੁਲ ਨਾ ਛੱਡੋ। ਬਲੈਂਕ ਛੱਡੋ ਇਟ ਮੀਨਸ ਤਾਂ ਮਿਸਟੇਕ ਹੈ ਹੀ ਹੈ। ਸਮ ਟਾਈਮ ਕੀ ਹੁੰਦਾ ਵੀ ਸਾਨੂੰ ਲੱਗਦਾ ਵੀ ਜੈਸੇ ਮੇ ਬੀ ਮੇਰਾ ਆਨਸਰ ਰੋਂਗ ਹੈ, ਬਟ ਮੇ ਬੀ ਉਹ ਰਾਈਟ ਹੋ ਸਕਦਾ। ਸੋ ਆਈ ਹੋਪ ਸੋ ਗਾਈਜ਼, ਇਹ ਕੁਛ ਬੇਸਿਕ ਇਨਫੋਰਮੇਸ਼ਨ ਹੈ, ਮਾਈਂਡ ਵਿੱਚ ਰੱਖਿਆ ਕਰੋ। ਐਂਡ ਜੋ ਲਿਸਨਿੰਗ ਦੀ ਇੰਪਰੂਵ ਕਰਨੀ ਹੈ ਨਾ, ਤਾਂ ਓਨਲੀ ਟੈਸਟ ਦੇ ਉੱਪਰ ਨਾ ਹੀ ਫੇਥ ਕਰੋ ਵੀ ਅਸੀਂ ਟੈਸਟ ਕਰਕੇ ਪ੍ਰੈਕਟਿਸ ਕਰਕੇ ਇੰਪਰੂਵ ਕਰ ਸਕਦੇ ਹਾਂ। ਉਹਦੇ ਲਈ ਤੁਸੀਂ ਡਿਫਰੈਂਟ ਕਨਵਰਸੇਸ਼ਨ ਵੀਡੀਓਜ਼ ਦੇਖ ਸਕਦੇ ਹੋ। ਮੈਕਸੀਮਮ ਤੋਂ ਮੈਕਸੀਮਮ ਆਪਣੇ ਆਪ ਨੂੰ ਇੰਗੇਜ ਕਰੋ ਇੰਗਲਿਸ਼ ਲੈਂਗੁਏਜ ਦੇ ਵਿੱਚ, ਸੋ ਦੈਟ ਤੁਸੀਂ ਆਪਣੀ ਇੰਪਰੂਵ ਕਰ ਸਕੋ। ਸੋ ਗਾਈਜ਼, ਵੱਧ ਤੋਂ ਵੱਧ ਸਟੂਡੈਂਟਸ ਨਾਲ ਆਪਣੀ ਇਸ ਵੀਡੀਓ ਨੂੰ ਸ਼ੇਅਰ ਕਰੋ, ਸੋ ਦੈਟ ਕਿ ਹਰ ਸਟੂਡੈਂਟ ਦਾ ਜਿਹੜਾ ਬੈਨੀਫਿਟ ਹੋ ਸਕੇ। ਥੈਂਕ ਯੂ।